ਐਵੇਂ ਲੱਗਦਾ ਹੈ ਵੀ ਜਿਵੇਂ ਇੱਕ ਹੁੰਦੀ ਹੈ ਨਾ, ਜਦੋਂ ਮੈਂ 2014 ਚ ਅਫਸਰ ਸੀ ਤੇ ਇਨਕਮ ਟੈਕਸ ਦੇ ਕਮਿਸ਼ਨਰ ਦੀ ਨੌਕਰੀ ਛੱਡ ਕੇ ਮੈਂ ਰਾਜਨੀਤੀ ਚ ਆਈ ਸੇਵਾ ਵਾਸਤੇ। ਤੇ ਜਦੋਂ ਉਸ ਟਾਈਮ ਕੋਈ ਵੀ ਅਫਸਰ ਜਿਹੜਾ ਉਹਦੀ ਵਿਦਾਈ ਹੁੰਦੀ ਸੀ ਨਾ, ਤੇ ਆਪਾਂ ਫੇਅਰਵੈਲ ਪਾਰਟੀ ਕਰਦੇ ਸੀ। ਮੈਨੂੰ ਵੀ ਅੱਜ ਇਹੋ ਜਿਹਾ ਮਾਹੌਲ ਲੱਗ ਰਿਹਾ ਕਿ ਜਿਵੇਂ ਤੁਸੀਂ ਸਾਰੇ ਇੱਥੇ ਮੇਰੀ ਫੇਅਰਵੈਲ ਪਾਰਟੀ ਵਾਸਤੇ ਬੈਠੇ ਹੋਏ। ਤੇ 5 ਸਾਲ ਤੱਕ 2014 ਚ ਨੌਕਰੀ ਛੱਡ ਕੇ ਇਨਕਮ ਟੈਕਸ ਕਮਿਸ਼ਨਰ ਦੀ ਮੈਂ ਰਾਜਨੀਤੀ ਚ ਆਈ। ਤੇ ਉਸ ਟਾਈਮ ਮੈਨੂੰ ਯਾਦ ਹੈ ਕਿ ਮੈਨੂੰ ਸਾਡੇ ਸ਼ੀਰਸ਼ ਨੇਤਰਤਵ ਨੇ ਕਹਿਤਾ ਸੀ ਕਿ 2014 ਚ ਤੁਸੀਂ ਜਿਹੜਾ ਸਿਰਸਾ ਤੋਂ ਚੁਣਾਵ ਲੜਨਾ ਹੈ। ਮੈਂ ਕਿਹਾ ਠੀਕ ਹੈ ਜੀ, ਮੈਨੂੰ ਤਾਂ ਕੁਝ ਪਤਾ ਨਹੀਂ ਸੀ ਰਾਜਨੀਤੀ ਚ। ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਅਰੁਣ ਜੇਟਲੀ ਜੀ ਨੂੰ ਮਿਲ ਕੇ ਆਓ, ਭੈਣ ਸੁਸ਼ਮਾ ਸਵਰਾਜ ਜੀ ਨੂੰ ਮਿਲ ਕੇ ਆਓ। ਮੈਂ ਸਾਰਿਆਂ ਨੂੰ ਮਿਲੀ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਮਨੋਹਰ ਲਾਲ ਜੀ ਨੂੰ ਵੀ ਮਿਲੋ। ਤੇ ਮੈਨੂੰ ਯਾਦ ਹੈ ਕਿ ਰੋਹਤਕ ਵਿੱਚ ਆਪਣੇ ਜਿਹੜੇ ਪੂਰਬ ਵਿੱਚ ਮੰਤਰੀ ਹੁੰਦੇ ਸੀ ਮਨੀਸ਼ ਗਰੋਵਰ ਜੀ, ਉਹਨਾਂ ਦੇ ਘਰ ਮੈਂ ਗਈ ਤੇ ਉੱਥੇ ਪਹਿਲੀ ਵਾਰ ਮੈਂ ਸਾਡੇ ਆਦਰਣੀय ਮਨੋਹਰ ਲਾਲ ਜੀ ਨੂੰ ਮਿਲੀ। ਮਨੋਹਰ ਲਾਲ ਜੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਤਾਂ ਅਫਸਰ ਸੀ, ਤੁਸੀਂ ਕਿਵੇਂ ਰਾਜਨੀਤੀ ਚ ਆ ਰਹੇ ਹੋ? ਮੈਂ ਕਿਹਾ ਜੀ, ਮੈਨੂੰ ਸ਼ੀਰਸ਼ ਨੇਤਰਤਵ ਨੇ ਵਿਸ਼ਵਾਸ ਦਿਲਾਇਆ ਹੈ ਕਿ ਸਿਰਸਾ ਤੋਂ ਤੁਹਾਨੂੰ ਟਿਕਟ ਦੇਵਾਂਗੇ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਦਾਮਨ ਥਾਮ ਕੇ ਉੱਥੋਂ ਚੁਣਾਵ ਲੜੋ। ਉਹਨਾਂ ਨੇ ਮੈਨੂੰ ਹੱਸ ਕੇ ਕਿਹਾ ਕਿ ਰਾਜਨੀਤੀ ਚ ਐਵੇਂ ਹੀ ਹੁੰਦਾ, ਤੁਸੀਂ ਵੇਖ ਲਓ, ਕਦੇ ਕਦੇ ਨੌਕਰੀ ਵੀ ਚਲੀ ਜਾਂਦੀ ਹੈ ਤਾਂ ਟਿਕਟ ਵੀ ਚਲੀ ਜਾਂਦੀ ਹੈ। ਉਹੀ ਗੱਲ ਬਣੀ ਮੇਰੇ ਨਾਲ। 2014 ਚ ਮੇਰੀ ਨੌਕਰੀ ਵੀ ਚਲੀ ਗਈ ਤੇ ਮੇਰੀ ਟਿਕਟ ਵੀ ਚਲੀ ਗਈ। ਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਹਾ ਗਿਆ ਕਿ ਤੁਸੀਂ ਚਿੰਤਾ ਨਾ ਕਰੋ, ਤੁਸੀਂ 90 ਜਿਹੜੀ ਵੀ ਆਪਣੀ ਵਿਧਾਨ ਸਭਾ ਹੋਣੇ ਉੱਥੇ ਤੁਸੀਂ ਜਿੱਥੇ ਵੀ ਹੱਥ ਰੱਖੋਗੇ ਉੱਥੋਂ ਤੁਹਾਨੂੰ ਵਿਧਾਨ ਸਭਾ ਦਾ ਚੁਣਾਵ ਲੜਾਵਾਂਗੇ। ਮੈਂ ਕਿਹਾ ਠੀਕ ਹੈ ਜੀ। ਮੈਂ ਕਿਹਾ ਜੀ, ਉਹ ਫਲਾਣੀ ਜਿਹੜੀ ਹੈ ਵਿਧਾਨ ਸਭਾ ਉਹ ਮੇਰੇ ਘਰ ਦੇ ਨਜ਼ਦੀਕ ਹੈ। ਮੈਂ ਸੇਵਾ ਵਾਸਤੇ ਰਾਜਨੀਤੀ ਚ ਆਈ ਹਾਂ ਬਈ ਮੈਂ ਕਮ ਤੋਂ ਕਮ ਕਦੇ ਕਿਸੇ ਨੂੰ ਕੋਈ ਦੁੱਖ ਹੋਏ, ਤਕਲੀਫ ਹੋਏ, ਅੱਧੇ ਘੰਟੇ ਚ ਮੈਂ ਉੱਥੇ ਪਹੁੰਚ ਜਾਵਾਂ। ਇਹ ਵਿਧਾਨ ਸਭਾ ਜਿਹੜੀ ਹੈ ਇੱਥੋਂ ਮੈਂ ਚੁਣਾਵ ਲੜ ਲਾਂ ਜੀ? ਕਹਿੰਦੇ ਹਾਂ ਲੜ ਲਓ ਜੀ ਤੁਸੀਂ। ਮੈਂ ਉੱਥੇ ਕਮ ਤੋਂ ਕਮ ਵੀ 2-3 ਮਹੀਨੇ ਬਹੁਤ ਮਿਹਨਤ ਕੀਤੀ, ਬਹੁਤ ਮਿਹਨਤ ਕੀਤੀ। ਤੇ ਜਦੋਂ ਇਹ ਟਿਕਟ ਦੀ ਗੱਲ ਆਈ ਤੇ ਉਹ ਕਹਿੰਦੇ ਉੱਥੋਂ ਦੇ ਜਿਹੜੇ ਸਾਂਸਦ ਸੀ, ਕਹਿੰਦੇ ਨਾ ਜੀ ਇੱਥਾਂ ਤਾਂ ਚੁਣਾਵ ਤੁਸੀਂ ਨਹੀਂ ਲੜ ਸਕਦੇ। ਮੈਂ ਕਿਹਾ ਜੀ ਹੁਣ ਕੀ ਹੋਇਆ? ਕਹਿੰਦੇ ਨਹੀਂ ਜੀ, ਤੁਸੀਂ ਕੋਈ ਹੋਰ ਵਿਧਾਨ ਸਭਾ ਵੇਖੋ। ਤਾਂ ਫਿਰ ਮੈਂ ਕਿਹਾ ਜੀ ਹੁਣ ਕੀ ਕਰੀਏ? ਉਹ ਕਹਿੰਦੇ ਜੀ ਤੁਸੀਂ ਘੁੰਮਦੇ ਪੂਰਾ ਹਰਿਆਣਾ ਘੁੰਮ ਕੇ ਉਹਨੇ ਕਿਹਾ ਜੀ ਸਿਰਸਾ ਜਿਹੜੀ ਹੈ ਨਾ ਉਹ ਆਪਣੇ ਅਲਾਇੰਸ ਵਿੱਚ ਚਲੀ ਗਈ ਸੀ, ਤਾਂ ਹੁਣ ਉੱਥੇ ਜਿਹੜੀ ਹੈ ਨਾ ਰਤੀਆ ਵਿਧਾਨ ਸਭਾ ਹੈ, ਉੱਥੋਂ ਜਾ ਕੇ ਤੁਸੀਂ ਲੜ ਲਓ। ਮੈਂ ਕਿਹਾ ਠੀਕ ਹੈ ਜੀ, ਜਿਹੜੀ ਬਾਬਾ ਦੀ ਮਨਜ਼ੂਰੀ ਹੈ। ਤੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਸਿਰਫ ਮੈਨੂੰ 15-20 ਦਿਨਾਂ ਦਾ ਟਾਈਮ ਮਿਲਿਆ ਸੀ। ਉਸ 15-20 ਦਿਨਾਂ ਦੇ ਟਾਈਮ ਦੇ ਅੰਦਰ ਇੰਨਾ ਪਿਆਰ, ਇੰਨਾ ਸਨੇਹ ਮੈਨੂੰ ਉੱਥੋਂ ਮਿਲਿਆ ਕਿ ਅੱਜ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ। 50,500 ਵੋਟਾਂ ਮੈਨੂੰ 15-20 ਦਿਨਾਂ ਚ ਰਤੀਆ ਤੋਂ ਮਿਲੀ। ਅਜੇ ਮੇਰੇ ਭਾਗ ਚ ਨਹੀਂ ਸੀ, ਇਸ ਕਰਕੇ 435 ਵੋਟਾਂ ਤੋਂ ਮੈਨੂੰ ਲੱਗਦਾ ਪੂਰੇ ਹਰਿਆਣਾ ਚ ਸਭ ਤੋਂ ਕਮ ਵੋਟਾਂ ਜਿਹੜੀਆਂ ਨੇ ਉਸ ਤੋਂ ਮੈਂ ਉੱਥੇ ਜਿੱਤ ਨਹੀਂ ਸਕੀ। ਤੇ ਉਸ ਤੋਂ ਬਾਅਦ ਫਿਰ ਮੈਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਚੇਅਰਮੈਨ ਬਣਾਇਆ। ਉਸ ਤੋਂ ਬਾਅਦ 19 ਜਾ ਕੇ ਮੈਨੂੰ ਟਿਕਟ ਮਿਲੀ। ਤੇ ਉਸ ਟਾਈਮ ਵੀ ਮੈਨੂੰ ਯਾਦ ਹੈ ਬਈ ਜਿੰਨਾ ਪਿਆਰ ਤੁਸੀਂ ਸਾਰਿਆਂ ਨੇ ਦਿੱਤਾ, ਅੱਜ ਤੋਂ ਪਹਿਲਾਂ ਸਿਰਸਾ ਲੋਕ ਸਭਾ ਦਾ ਕੋਈ ਵੀ ਸਾਂਸਦ ਇੰਨੇ ਵੋਟਾਂ ਤੋਂ ਨਹੀਂ ਜਿੱਤਿਆ ਜਿੰਨੇ ਵੋਟਾਂ ਤੋਂ ਤੁਸੀਂ ਮੈਨੂੰ ਜਿਤਾ ਕੇ ਵੱਡੀ ਪੰਚਾਇਤ ਭੇਜਿਆ। 3,10,000 ਵੋਟਾਂ ਤੋਂ ਜਿਤਾ ਕੇ ਤੁਸੀਂ ਮੈਨੂੰ ਵੱਡੀ ਪੰਚਾਇਤ ਭੇਜਿਆ। ਤੇ ਮੈਂ ਵੀ ਆਪਣੀ ਮਿਹਨਤ ਪੂਰੀ ਕੀਤੀ ਜਿੰਨਾ ਮੈਂ ਕਰ ਸਕਦੀ ਸੀ। ਤੁਹਾਨੂੰ ਪਤਾ ਹੀ ਹੈ 2 ਸਾਲ ਤੱਕ ਕਰੋਨਾ ਚਲੇ ਗਏ, ਉਹ ਤੋਂ ਬਾਅਦ ਥੋੜਾ ਅੰਦੋਲਨ ਵਗੈਰਾ ਵੀ ਹੋਇਆ ਇਸ ਕਰਕੇ, ਪਰ ਫਿਰ ਵੀ ਪੂਰੀ ਮਿਹਨਤ ਕਰਕੇ ਮੈਂ ਕੰਮ ਕੀਤੀ। ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਆਗ੍ਰਹਿ ਕਰਦੀ ਹਾਂ, ਬੇਨਤੀ ਕਰਦੀ ਹਾਂ ਕਿ ਤੁਸੀਂ ਇੱਥੋਂ ਸਾਡੇ ਵੀਰ ਅਸ਼ੋਕ ਜੀ ਨੂੰ ਜਿਤਾ ਕੇ ਵੱਧ ਤੋਂ ਵੱਧ, ਮੇਰੇ ਤੋਂ ਵੀ ਜ਼ਿਆਦਾ ਵੋਟਾਂ ਪਾ ਕੇ ਵੱਡੀ ਪੰਚਾਇਤ ਭੇਜੋ। ਸਾਡੀ ਤਾਂ ਹਸਰਤ ਸੀ ਕਿ ਅਸੀਂ ਹਰਿਆਣਾ 'ਚ ਵੀ ਤੀਸਰੀ ਵਾਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਨੂੰ ਬਣਾਉਂਦੇ, ਪਰ ਕੋਈ ਗੱਲ ਨਹੀਂ, ਤੁਹਾਨੂੰ ਪਤਾ ਹੀ ਹੈ ਕਿ ਰਾਜਨੀਤੀ 'ਚ ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਸਾਡੇ ਮੂੰਹ ਚੋਂ ਤਾਂ ਅਜੇ ਵੀ ਨਹੀਂ ਨਿਕਲਦਾ, ਅਜੇ ਵੀ ਆਹੀ ਲੱਗਦਾ ਕਿ ਮੁੱਖ ਮੰਤਰੀ ਮਨੋਹਰ ਲਾਲ ਜੀ ਨੇ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਆਗ੍ਰਹਿ ਕਰਦੀ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਸੀਂ ਭਾਈ ਅਸ਼ੋਕ ਜੀ ਨੂੰ ਇੱਥੋਂ ਜਿਤਾ ਕੇ ਵੱਡੀ ਪੰਚਾਇਤ ਭੇਜੋ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਬਹੁਤ ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ। ਬੋਲੇ ਸੋ ਨਿਹਾਲ। ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।